ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਦੇ ਖਾਸ ਅੰਬੈਸਡਰ ਅੱਜ ਕੱਲ੍ਹ ਦਿੱਲੀ ਵਿੱਚ ਆਏ ਹੋਏ ਨੇ ਅਤੇ ਉਹਨਾਂ ਨੇ ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਆਪਣੀ ਮੀਟਿੰਗ ਤੋਂ ਬਾਅਦ ਇੱਕ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਨੇ ਭਾਰਤ ਨੂੰ ਸੱਦਾ ਦਿੱਤਾ ਹੈ ਕਿ ਉਹ ਪਰਸ਼ੀਅਨ ਗਲਫ ਦੇ ਆਪਰੇਸ਼ਨ ਦੇ ਵਿੱਚ ਯੂਰਪੀਅਨ ਯੂਨੀਅਨ ਦਾ ਜਿਹੜਾ ਹੈ ਉਹ ਸਾਥ ਦੇਣ। ਸੋ ਯੂਰਪੀਅਨ ਯੂਨੀਅਨ ਦੀ ਇਹ ਆਪਰੇਸ਼ਨ ਅਸਲ ਵਿੱਚ ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਨੇ। ਹੁਣ ਦੇਖਣਾ ਇਹ ਹੈ ਕਿ ਭਾਰਤ ਅਮਰੀਕਾ ਤੋਂ ਬਾਅਦ ਹੁਣ ਚੀਨ ਦੇ ਖਿਲਾਫ ਯੂਰਪੀਅਨ ਯੂਨੀਅਨ ਦਾ ਵੀ ਹੱਥ ਟੋਕਾ ਜਿਹੜਾ ਹੈ ਉਹ ਬਣੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਿਵੈਲਪਮੈਂਟਸ ਨੇ ਚਾਈਨਾ ਦੇ ਨਾਲ ਸੰਬੰਧਿਤ ਉਸ ਖਿੱਤੇ ਦੇ ਵਿੱਚ ਡਿਵੈਲਪਮੈਂਟਸ ਨੇ ਔਰ ਅਮਰੀਕਾ 'ਚ ਡਿਵੈਲਪਮੈਂਟਸ ਨੇ ਔਰ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ, UAE ਔਰ ਇਹਨਾਂ ਸਾਰਿਆਂ ਨਾਲ ਰਿਲੇਟਡ ਵੀਜ਼ਾ ਵੀ ਇਜ਼ਰਾਈਲ। ਤੇ ਤੁਹਾਨੂੰ ਇਹ ਗੱਲ ਸੌਖਿਆਂ ਸਮਝ ਆ ਜਾਏਗੀ ਕਿ ਇਸ ਵੇਲੇ ਸਾਰਾ ਫੋਕਸ ਪੱਛਮੀ ਤਾਕਤਾਂ ਦਾ, ਮਗਰਬੀ ਤਾਕਤਾਂ ਦਾ, ਜਿਹਦੇ 'ਚ ਯੂਰਪ ਔਰ ਅਮਰੀਕਾ ਸ਼ਾਮਲ ਨੇ, ਉਹ ਚੀਨ ਨੂੰ ਕੰਟੇਨ ਕਰਨਾ। ਔਰ ਸਾਡੇ ਲਈ ਇਹ ਇਸ ਲਈ ਵੀ ਅਹਿਮੀਅਤ ਹੈ ਔਰ ਬਾਰ-ਬਾਰ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲਬਾਤ ਨੂੰ ਇਸ ਲਈ ਵੀ ਤਰਜੀਹ ਦਿੰਦਾ ਹੈ। ਸੌਖਾ ਹੁੰਦਾ ਹੈ ਤੁਸੀਂ ਪੰਜਾਬ 'ਚ ਕਿਹਦੇ ਬਾਰੇ ਕਿਹਨੇ ਕੀ ਕਿਹਾ, ਜਿਹੜੇ ਸਾਡੇ ਬਹੁਤ ਸਾਰੇ ਉੱਥੇ ਟਾਕ ਸ਼ੋ ਹੋਸਟ ਬੈਠੇ ਔਰ ਆਪਣੀਆਂ ਪੋਸਟਾਂ ਦੇ ਉੱਤੇ ਫਿਰ ਬੜੇ ਹੋਰ ਹੀ ਤਰ੍ਹਾਂ ਦੇ ਜਿਹੜੇ ਚੱਕਵੇਂ ਹੈਡਿੰਗ ਪਾ ਦੇਣਗੇ ਕਿ ਜੀ ਆਹ ਹੋ ਗਿਆ, ਉਹਨੇ ਠੋਕ ਦਿੱਤੀ ਉਹਦੀ ਮੰਜੀ, ਉਹਨੂੰ ਕਰਤਾ ਮੁੱਦਾ ਕਰਤਾ ਉਹਨੂੰ। ਫਿਰ ਸਾਡੇ ਵੀ ਜਿਹੜੇ ਬਿਲਕੁਲ ਸੁਪਰਫਿਸ਼ੀਅਲ ਟਾਈਪ ਸਾਡਾ ਬਹੁਤ ਸਾਰਿਆਂ ਦਾ ਵਰਤਾਰਾ, ਉਹ ਵੀ ਉਹ ਪੜ੍ਹ ਰਹੇ ਹੋਣਗੇ, ਦੇਖ ਰਹੇ ਹੋਣਗੇ। ਉਹਨਾਂ ਨੂੰ ਸਾਨੂੰ ਵੀ ਕਈ ਸੁਜੈਸਟ ਕਰਨਗੇ ਜੀ ਤੁਹਾਡੇ ਟੌਪਿਕ ਬੜੇ ਗੰਭੀਰ ਹੁੰਦੇ, ਤੁਸੀਂ ਉਹਨਾਂ ਦੇ ਹੈਡਲਾਈਨ ਜ਼ਰਾ ਚੱਕਵੇਂ ਦਿਓ, ਉਹਨੂੰ ਛੋਟਾ ਕਰ ਦਿਓ, ਉਹਨੂੰ ਇੱਧਰ ਕਰ ਦਿਓ। ਮੈਂ ਕਿਹਾ ਜੀ ਅਸੀਂ ਕੋਈ ਵੋਟਾਂ ਨਹੀਂ ਲੈਣੀਆਂ ਹੈ, ਅਸੀਂ ਇਹ ਸਮਝਦੇ ਹਾਂ ਕਿ ਜਿਸ ਕਰਾਊਡ ਦੇ ਲਈ, ਜਿਹੜੇ ਲੋਕਾਂ ਦੇ ਲਈ ਇਹ ਐਡਰੈਸਡ ਨੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੇ ਨੇ। ਔਰ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਤੱਕ ਅਸੀਂ ਕਿਸੇ ਸਿਚੁਏਸ਼ਨ ਦਾ ਸੰਜੀਦਾ ਗੰਭੀਰ, ਜਿਹਨੂੰ ਅਸੀਂ ਇੱਧਰਲੀ ਪੰਜਾਬੀ 'ਚ ਕਹਿੰਦੇ ਹਾਂ, ਉਸ ਦਾ ਜਿਹੜਾ ਉਹ ਐਨਾਲਿਸਿਸ ਨਹੀਂ ਕਰਦੇ, ਪੜਚੋਲ ਨਹੀਂ ਕਰਦੇ ਜਾਂ ਮੁਤਾਲਿਆ ਨਹੀਂ ਕਰਦੇ, ਤੇ ਫਿਰ ਉਹ ਕੌਮਾਂ ਜਿਹੜੀਆਂ ਚੱਕਵੀਆਂ ਜਿਹੀਆਂ ਗੱਲਾਂ ਜਾਂ ਐਵੇਂ ਉਠਵੇਂ ਜੇ ਗੱਲ ਜਾਂ ਇਸ ਕਿਸਮ ਦਾ ਕਰਦੇ ਨੇ, ਉਵੇਂ ਹੀ ਉਹ ਜਜ਼ਬਿਆਂ ਦੇ ਹੜ ਦੇ ਵਿੱਚ ਦੇ ਸਾਹਮਣੇ ਉਵੇਂ ਹੀ ਰੁੜ ਰੜ ਜਾਂਦੇ ਨੇ, ਜਿਵੇਂ ਬਹੁਤ ਵਾਰ ਅਸੀਂ ਆਪਣਾ ਹਾਲ ਕਰਵਾਇਆ। ਔਰ ਈਵਨ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਵੀ, ਕਿਸਾਨ ਐਜੀਟੇਸ਼ਨ ਦੇ ਹਵਾਲੇ ਨਾਲ ਵੀ ਮੈਂ ਦੇਖ ਰਿਹਾ ਵੀ ਉੱਥੇ ਜਿਹੜੇ ਸੰਜੀਦਾ ਗੱਲ ਕਰਨ ਵਾਲੇ ਨੇ ਜਾਂ ਪੰਥਕ ਨੁਕਤਾ ਨਿਗਾਹ ਤੋਂ ਜਾਂ ਜਿਹੜਾ ਨੂੰ ਨਜ਼ਰ ਆਉਂਦਾ ਹੈ ਕਿ ਭਾਈ ਇਹ ਕੋਈ 3 ਕਾਨੂੰਨ ਜੀਵਨ ਮਰਨ ਦੀ ਲੜਾਈ ਨਹੀਂ ਹੈ, ਇਹ ਤਾਂ ਉਹਨਾਂ ਨੇ ਤੁਹਾਡੇ ਰਾਹ 'ਚ ਲਿਆ ਕੇ ਮੰਕੀ ਰੈਂਚ ਸੁੱਟਿਆ ਤੁਹਾਡਾ ਫਾਈਨਲ ਰਾਈਸ ਬਾਲ ਤੋੜਨ ਦੇ ਲਈ। ਤੁਹਾਡੇ ਨਾਲ ਤਾਂ 72 ਸਾਲ ਤੋਂ ਉਹੀ ਨੀਤੀਆਂ ਨੇ। ਫਿਜ਼ੀਕਲ ਜੈਨੋਸਾਈਡ ਕੀਤਾ, ਹਿਸਟੋਰੀਕਲ ਕੀਤਾ, ਇਕਨੋਮਿਕਲ ਕੀਤਾ, ਪਾਣੀ ਤੁਹਾਡਾ ਖੋਹ ਲਿਆ ਔਰ ਫਾਈਨਲੀ ਜੇ ਹੁਣ ਉਹਨੂੰ ਹੀ ਤੁਸੀਂ ਸਮਝ ਲਓ ਜੀ ਸਾਰਾ ਕੁਝ ਇਹਦੇ ਦਿਵਾਲੇ ਹੀ ਹੈ ਔਰ ਉਹਨੂੰ ਤੁਸੀਂ ਤਿਰੰਗੇ 'ਚ ਹੀ ਲਪੇਟਣਾ ਅਲਟੀਮੇਟਲੀ, ਜਿਵੇਂ ਯੋਗਿੰਦਰ ਯਾਦਵ ਔਰ ਜਿਹੜੇ ਦੂਸਰੇ ਨੈਸ਼ਨਲਿਸਟ ਨੇ ਉਹ ਸਾਰੇ ਉਹ ਅਗੇਨ ਸਿੱਖਾਂ ਨੂੰ ਉਵੇਂ ਹੀ ਰਾ ਮਟੀਰੀਅਲ ਬਣਾ ਰਹੇ ਨੇ, ਜਿਵੇਂ ਗਾਂਧੀ ਨਹਿਰੂ ਨੇ 1920s ਦੀ ਮੂਵਮੈਂਟ ਤੋਂ ਬਾਅਦ ਸਿੱਖਾਂ ਨੂੰ ਰਾ ਮਟੀਰੀਅਲ ਬਣਾਇਆ। ਔਰ ਅਖੀਰ ਜੋ ਅੱਜ ਸਾਡੇ ਨਾਲ ਹਸ਼ਰ ਹੋਇਆ ਜਾਂ ਹੋ ਰਿਹਾ ਉਹ ਸਾਡੇ ਅੱਖਾਂ ਸਾਹਮਣੇ। ਸੋ ਮੈਨੂੰ ਇਹ ਨਜ਼ਰ ਆ ਰਿਹਾ ਵੀ ਜੋ ਸਲੂਕ ਭਾਰਤੀ ਹਾਕਮ ਸਿੱਖਾਂ ਦੇ ਨਾਲ ਕਰਦੇ ਰਹੇ ਨੇ ਜਾਂ ਅੱਜ ਵੀ ਉਹਨਾਂ ਨੂੰ ਇੱਕ ਰਾ ਮਟੀਰੀਅਲ ਬਣਾ ਕੇ ਕਰ ਰਹੇ ਨੇ, ਖੁਦ ਉਹਨਾਂ ਨੂੰ ਨਹੀਂ ਪਤਾ ਕਿ ਉਹ ਆਲਰੇਡੀ ਅਮਰੀਕਨ ਔਰ ਯੂਰਪੀਅਨ ਤੋਪਾਂ ਦਾ ਫਾਡਰ ਬਣ ਚੁੱਕੇ ਨੇ, ਉਹਨਾਂ ਦਾ ਰਾ ਮਟੀਰੀਅਲ ਬਣ ਚੁੱਕੇ ਨੇ ਅਗੇਂਸਟ ਚਾਈਨਾ ਲੜਾਈ ਦੇ ਵਿੱਚ। ਔਰ ਉਹਦੇ 'ਚ ਇਹ ਟਰਮ ਹਾਲਾਂ ਕਈ ਵਾਰੀ ਇਹ ਕਈ ਕਹਿੰਦੇ ਨੇ ਜੀ ਨਾਂ ਨਾਲ ਕੀ ਫਰਕ ਪੈਂਦਾ। ਮੈਂ ਹਮੇਸ਼ਾ ਕਦੇ ਵੀ ਮੈਂ ਉਹਨੂੰ ਇੰਡੀਅਨ ਸਬ ਕੰਟੀਨੈਂਟ ਨਹੀਂ, ਮੈਂ ਕਿਹਾ ਜੀ ਇੰਡੀਅਨ ਕਿੱਥੋਂ ਹੋ ਗਿਆ, ਕੰਟੀਨੈਂਟ ਨੇ ਦੁਨੀਆ ਦੇ, ਉਹ ਸਬ ਕੰਟੀਨੈਂਟ ਹੈ। ਤੁਸੀਂ ਖਾਮ ਖਾ ਉਹਦੇ ਨਾਲ ਇੰਡੀਅਨ ਲਾਇਆ, ਉਹਨੂੰ ਸਬ ਕੰਟੀਨੈਂਟ। ਮੈਂ ਬਹੁਤ ਵਾਰੀ ਕਈ ਪਾਕਿਸਤਾਨੀ ਵੀ ਜਿਹੜੇ ਰੈਫਰ ਕਰ ਇੰਡੀਅਨ ਸਬ ਕੰਟੀਨੈਂਟ, ਉਹ ਸਬ ਕੰਟੀਨੈਂਟ ਹੈ। ਫਿਰ ਇਸੇ ਤਰ੍ਹਾਂ ਇੰਡੀਅਨ ਓਸ਼ਨ, ਇਹਨਾਂ ਨੇ ਵੀ ਯੂਰਪੀਅਨਸ ਨੂੰ ਵੀ ਲੱਗਦਾ ਸੀ, ਉਹ ਤੋਂ ਤੁਰਦੇ ਤੁਰਦੇ ਜਿਹੜਾ ਹੈ ਉਹ ਉੱਥੇ ਤੱਕ ਪਹੁੰਚ ਗਿਆ ਜੀ ਇੰਡੋ ਪੈਸੀਫਿਕ, ਜਿਹਨੂੰ ਈਵਨ ਰਸ਼ੀਆ ਨੇ ਵੀ ਡਿਰਾਈਡ ਕੀਤਾ। ਇਹ ਕਿਹੜੀ ਟਰਮ ਹੈ ਇੰਡੋ ਪੈਸੀਫਿਕ, ਕਿ ਵੀ ਜਿਵੇਂ ਉਹਨੂੰ ਇੱਕ ਲੋਅਰ ਰੈਂਕ ਤੇ ਖਲੋਤਾ ਜਿਹੜਾ ਹੈ ਉਹਨੂੰ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ।
ਹੁਣ ਗੱਲ ਇਹ ਹੈ ਵੀ ਆਲਰੇਡੀ ਇੰਡੋ ਪੈਸੀਫਿਕ ਦੇ ਨਾਂ ਥੱਲੇ ਮਕਸਦ ਤਾਂ ਲਫ਼ਜ਼ਾਂ ਦਾ ਜਾਲ ਹੈ, ਪਰ ਭਾਰਤ ਦਾ ਮੋਢਾ ਵਰਤ ਕੇ ਅਮਰੀਕਾ ਨੇ ਜਿਸ ਅੰਦਾਜ਼ 'ਚ ਚਾਈਨਾ ਦੇ ਖਿਲਾਫ ਲਿਆ ਕੇ ਖੜਾ ਕਰਤਾ, ਜੁੱਤੀਆਂ ਵੀ ਖਾਧੀਆਂ, 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਗਵਾਈ ਲਦਾਖ ਦੇ ਵਿੱਚ, ਵਕਾਰ ਆਪਣਾ ਗਵਾਇਆ, ਨੇਪਾਲ ਨੂੰ ਹੱਥੋਂ ਗਵਾਇਆ, ਔਰ ਉਸ ਸਾਰੇ 'ਚ ਔਰ ਜਿਹੜੀ ਹੈ ਕੁਆਡ ਦੇ ਨਾਂ ਥੱਲੇ ਫਾਈਨਲੀ ਉਹੀ ਆਸਟ੍ਰੇਲੀਆ ਔਰ ਜਾਪਾਨ ਦੇ ਨਾਲ ਜਿਹੜਾ ਹੈ ਉਹ ਕੋਆਰਡੀਨੇਟ ਕਰਵਾ ਕੇ ਫਿਰ 5 ਆਈਜ਼ ਦਾ ਵੀ ਹਿੱਸਾ ਬਣਾਉਣ ਦੀ ਕਿ ਜੀ ਐਕਸਚੇਂਜਿੰਗ ਇੰਟੈਲੀਜੈਂਸ। ਹੁਣ ਜਦੋਂ ਇਹ ਅਮਰੀਕਾ ਦੇ ਹੱਥਾਂ 'ਚ ਇੱਕ ਖਿਡੌਣਾ ਬਣ ਕੇ ਆਪਣਾ ਇਹਨਾਂ ਨੇ ਵਕਾਰ ਔਰ ਆਪਣੀ ਸਾਰੀ ਜਿਹੜੀ ਪ੍ਰੈਸਟੀਜ ਗਵਾ ਲਈ, ਯੂਰਪੀਅਨ ਯੂਨੀਅਨ ਜਿਨ੍ਹਾਂ 'ਚ ਅਮਰੀਕਾ ਨੇ ਜਿਹੜਾ ਆਪਣਾ ਉੱਥੇ ਪ੍ਰਭਾਵ ਰੱਖਣ ਲਈ ਨੈਟੋ ਬਣਾ ਕੇ ਜਿਹੜੀ ਹੈ ਉਹ ਭੁਗਤਾਇਆ ਅਗੇਂਸਟ ਸੋਵੀਅਤ ਯੂਨੀਅਨ, ਔਰ ਹੁਣ ਨੈਟੋ ਇਰਰੈਲੇਵੈਂਟ ਹੋ ਗਈ ਕਿਉਂਕਿ ਰਸ਼ੀਆ ਇੱਕ ਆਪਣੇ ਤੌਰ ਦੇ ਉੱਤੇ ਉੱਭਰ ਰਿਹਾ ਹੈ ਔਰ ਅਮਰੀਕਾ ਨੇ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਂ ਬਿਲਕੁਲ ਹੀ ਹੱਥ ਖਿੱਚ ਲਿਆ। ਹੁਣ ਨੈਟੋ ਜਿਹੜਾ ਇਨਫੈਕਟ ਉਹਦਾ ਪੋਲੀਟੀਕਲ ਵਰਜ਼ਨ ਤਾਂ ਯੂਰਪੀਅਨ ਯੂਨੀਅਨ ਹੈ, ਉਹਦੇ 'ਚ ਕਿਹਦੇ ਇੰਟਰਸਟ ਨੇ? ਫਰਾਂਸ ਦੇ, ਜਰਮਨ ਦੇ, ਬ੍ਰਿਟਨ ਦਾ ਰਿਹਾ। ਬ੍ਰਿਟਨ ਕਿਉਂਕਿ ਅੱਡ ਹੋ ਗਿਆ ਯੂਰਪੀਅਨ ਯੂਨੀਅਨ, ਉਹ ਆਪਣੇ ਤੌਰ ਤੇ ਐਵੇਂ ਨਹੀਂ, ਬੋਰਿਸ ਜੌਨਸਨ ਉੱਥੇ ਜਾ ਰਿਹਾ ਸੀ, ਕੰਟਰੀ ਆਫ ਸ਼ਾਪਕੀਪਰਸ, ਆਪਣਾ ਸੌਦਾ ਵੇਚਣਾ ਉਹਨਾਂ ਨੇ। ਹੁਣ ਇਹਨਾਂ ਨੂੰ ਲੱਗਦਾ, ਔਰ ਉਹਦੇ 'ਚ ਕਿਉਂਕਿ ਫਰਾਂਸ ਜੇ ਪੁਰਾਣਿਆਂ ਪੀਰੀਅਡਸ ਤੋਂ ਦੇਖੋ, ਜੇ ਕਲੋਨੀਅਲ ਬ੍ਰਿਟਿਸ਼ ਦੇ ਨਾਲ ਪੈਰਲਲ ਵਿਦ ਇਨ ਇੰਡੀਆ ਵੀ ਕੰਪੀਟੀਟਰ ਕੌਣ ਸੀ? ਇਧਰ ਕਲਾਈਵ ਸੀ, ਉਧਰ ਡੁਪਲੇ ਸੀ, ਕਿੰਨੀਆਂ ਕਾਲੋਨੀਜ਼ ਫ੍ਰੈਂਚ ਨੇ ਬਣਾ ਲਈਆਂ ਸੀ। ਇਹ ਵੱਖਰੀ ਗੱਲ ਹੈ ਕਿ ਫਾਈਨਲੀ ਜਿਹੜੇ ਨੇ ਉਹ ਬ੍ਰਿਟਿਸ਼ ਪ੍ਰਵੇਲ ਕੀਤੇ। ਹੁਣ ਇਸ ਸਾਰੇ ਪੀਰੀਅਡ ਤੁਸੀਂ ਇੰਡੀਆ ਔਰ ਫਰਾਂਸ ਦੀਆਂ ਨਜ਼ਦੀਕੀਆਂ ਦੇਖੋ, ਉਹ ਰਫੇਲ ਜਹਾਜ਼ ਲੈਣਾ ਹੋਏ, ਉਹ ਈਵਨ ਜਿਹੜਾ ਫ੍ਰੈਂਚ ਪ੍ਰੈਜ਼ੀਡੈਂਟ ਦਾ ਐਂਟਾਈ ਇਸਲਾਮ ਲਾਈਨ ਹੈ, ਸਭ ਤੋਂ ਅੱਗੇ ਹੋ ਕੇ ਮੋਦੀ ਉਹਦੀ ਸਪੋਰਟ ਕਰਨ ਵਾਲਿਆਂ ਚੋਂ, ਬਿਨਾਂ ਇਹ ਕੇਅਰ ਕੀਤਿਆਂ ਕਿ ਭਾਈ ਕਿਵੇਂ ਫਰਾਂਸ ਦੇ ਵਿੱਚ 6 ਮਿਲੀਅਨ ਮੁਸਲਮਾਨ ਰਹਿੰਦੇ ਨੇ, ਉਹਨਾਂ ਦੇ ਵੀ ਰਾਈਟਸ ਨੇ, ਔਰ ਇੱਕ ਪਾਸੇ ਤੁਸੀਂ ਚਰਚ ਐਂਡ ਸਟੇਟ ਸੈਪਰੇਟ ਔਰ ਲਫੈਤ ਜਿਹੜਾ ਹੈ ਉਸ ਦਾ ਕਰ ਦਿਓ, ਲੈਸੈਟੇ ਉਹਦੀ ਗੱਲ ਕਰਦੇ ਹੋ, ਪਰ ਦੂਸਰੇ ਪਾਸੇ ਤੁਸੀਂ ਨੀਤੀਆਂ ਕੀ ਅਪਣਾ ਰਹੇ ਹੋ ਜਿਹੜੇ ਬਿਲਕੁਲ ਜਿਹੜਾ ਉਹ ਤੁਸੀਂ ਡਿਸਾਈਡ ਕਰੋਗੇ ਕਿਹੜੀ ਮਸਜਿਦ 'ਚ ਕਿਹਨੇ ਜਾ ਕੇ ਨਮਾਜ਼ ਪੜ੍ਹਨੀ, ਲੇਕਿਨ ਮੋਦੀ ਦੀ ਸਪੋਰਟ। ਔਰ ਹੁਣ ਜਦੋਂ ਕਿ ਪਿਛਲੇ ਦਿਨਾਂ ਜੋ ਕਿਸਾਨਾਂ ਦੇ ਮੁੱਦੇ ਤੇ ਚੱਲ ਰਿਹਾ ਹੈ, ਚੀਨ ਨਾਲ ਚੱਲ ਰਿਹਾ ਹੈ, ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਅਜੀਤ ਡੋਵਾਲ ਕਿੱਥੇ ਹੈ ਔਰ ਬਿਪਨ ਰਾਵਤ ਕਿੱਥੇ ਹੈ। ਹੁਣ ਡੋਵਾਲ ਜਿਹੜਾ ਇਕੱਲਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਹੀਂ ਹੈ, ਫੌਜਾਂ ਨਾਲ ਵੀ ਉਸ ਦਾ ਬਿਪਨ ਰਾਵਤ ਦੇ ਨਾਂ ਥੱਲੇ ਦੋਨੋਂ ਹੀ ਜਿਹੜੇ ਨੇ ਇਕੱਠੇ ਹੋਏ ਨੇ, ਔਰ ਇਹ ਸਾਰੇ ਕਿਤੇ ਨਜ਼ਰ। ਅੱਜ ਅਚਾਨਕ ਜਦੋਂ ਇਹ ਖਬਰ ਮੈਂ ਦੇਖੀ, ਮੈਂ ਕਿਹਾ ਵੀ ਇਹ ਹੁਣ ਇੱਕ ਪਾਸਿਓਂ ਨਹੀਂ, ਅਮਰੀਕਾ ਨੂੰ ਤਾਂ ਇੱਕ ਮੋਢਾ ਉਹਨਾਂ ਨੇ ਦਿੱਤਾ ਆਪਣਾ ਕਿ ਚੀਨ ਤੇ ਫਾਇਰ ਕਰੋ, ਹੁਣ ਦੂਸਰਾ ਮੋਢਾ ਫਰਾਂਸ ਵਾਲੇ ਪਹੁੰਚ ਗਏ ਯੂਰਪੀਅਨ ਯੂਨੀਅਨ ਦੇ ਨਾਂ ਥੱਲੇ ਕਿ ਜੀ ਇਹ ਦੂਜਾ ਮੋਢਾ ਸਾਨੂੰ ਦਿਓ, ਔਰ ਇਕੱਲਾ ਇੱਥੇ ਹੀ ਨਾ ਤੁਸੀਂ ਲਦਾਖ ਔਰ ਦੂਜੇ 'ਚ ਜਾਂ ਉਹ ਸਮੁੰਦਰ ਤੱਕ ਨਹੀਂ, ਹੁਣ ਆਓ ਸਾਡੇ ਨਾਲ ਮਿਡਲ ਈਸਟ ਪਰਸ਼ੀਅਨ ਗਲਫ ਦੇ ਵਿੱਚ ਵੀ ਚੀਨ ਨੂੰ ਅਸੀਂ ਕੰਟੇਨ ਕਰੀਏ। ਔਰ ਖਬਰ ਇਹਨਾਂ ਦੀ ਹੈ, ਫਰਾਂਸ ਇਨਵਾਈਟਸ ਇੰਡੀਆ ਟੂ ਜੁਆਇਨ ਯੂਰਪੀਅਨ ਯੂਨੀਅਨ ਆਪਰੇਸ਼ਨਸ ਇਨ ਪਰਸ਼ੀਅਨ ਗਲਫ। ਹੁਣ ਫਰਾਂਸ ਦੇ ਪ੍ਰੈਜ਼ੀਡੈਂਟ ਦਾ, ਫ੍ਰੈਂਚ ਪ੍ਰੈਜ਼ੀਡੈਂਟ ਦਾ ਖਾਸ ਜਿਹੜਾ ਨੁਮਾਇੰਦਾ ਹੈ, ਜਿਹਨੂੰ ਤੁਸੀਂ ਡਿਪਲੋਮੈਟ, ਐਡਵਾਈਜ਼ਰ ਜਾਂ ਸਪੈਸ਼ਲ ਰਿਪਰੈਜ਼ੈਂਟੇਟਿਵ ਹੈ, ਉਹਦਾ ਨਾਂ ਹੈ ਐਮੈਨੂਅਲ ਬੋਇਨ। ਇਹ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਬੈਠਾ ਹੋਇਆ ਹੈ। ਅਜੀਤ ਡੋਵਲ ਦੇ ਨਾਲ ਇਸ ਦੀ ਗੱਲਬਾਤ ਦਾ ਤੀਸਰਾ ਰਾਊਂਡ ਖਤਮ ਹੋਇਆ, ਔਰ ਇਹ ਗੱਲਬਾਤ ਦਾ ਉਹਨਾਂ ਨੇ ਨਾਂ ਦਿੱਤਾ ਹੈ ਕਿ ਜੀ ਇਹ ਸਪੈਸ਼ਲ ਸਟ੍ਰੈਟੇਜਿਕ ਡਾਇਲੌਗ। ਔਰ ਉਸ ਤੋਂ ਬਾਅਦ ਉਹਨੇ ਮੀਡੀਆ ਨੂੰ ਫੇਸ ਕੀਤਾ ਇਸ ਮਿਸਟਰ ਐਮੈਨੂਅਲ ਬੋਨ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਉਹਦੇ ਐਗਜ਼ੈਕਟ ਕੋਟ ਅਨਕੋਟ ਲਫ਼ਜ਼ ਮੈਂ ਦੇਣਾ ਚਾਹੁੰਦਾ ਕਿ ਵੀ France has invited India to join forces with European Union's naval monitoring mission in the Persian Gulf। naval monitoring ਕਿ ਹੁਣ ਤੁਸੀਂ ਇਕੱਲਾ ਇੱਥੋਂ ਤੱਕ ਨਾ ਰਹੋ, ਜਿਹੜਾ ਪੈਸੀਫਿਕ ਤੱਕ ਜਾਂ ਚੀਨ ਨੂੰ ਸਾਊਥ ਚਾਈਨਾ ਸੀ, ਸਾਡੇ ਨਾਲ ਆਓ ਪਰਸ਼ੀਅਨ ਗਲਫ ਮਿਸ਼ਨ ਦਾ। ਔਰ ਉਹਨੇ ਕਿਹਾ ਯੂਰਪੀਅਨ ਯੂਨੀਅਨ ਹੈਜ਼ ਆਪਰੇਸ਼ਨਸ ਐਂਡ ਚਾਈਨਾ ਇਜ਼ ਆਲਸੋ ਡਿਵੈਲਪਿੰਗ ਇਨਫਲੂਐਂਸ ਇਨ ਦਾ ਰੀਜਨ। ਹੁਣ ਐਂਟਾਈ ਚਾਈਨਾ, ਇੱਕ ਮੋਢਾ ਅਮਰੀਕਾ ਦਾ, ਦੂਸਰਾ ਹੁਣ ਯੂਰਪੀਅਨ ਯੂਨੀਅਨ ਨੂੰ ਦੇਣਗੇ। India is invited to join us in this monitoring mission by bringing capacities. This will be an occasion to demonstrate convergence and the capacity to operate together। ਹੁਣ ਜ਼ਾਹਰ ਹੈ ਕਿ ਵੀ ਆਓ ਸਾਡੇ ਨਾਲ ਜੁਆਇਨ ਕਰੋ ਅਗੇਂਸਟ ਚਾਈਨਾ ਆਪਰੇਸ਼ਨ ਪਰਸ਼ੀਅਨ ਗਲਫ ਤੱਕ। ਔਰ ਇਹ ਗੱਲ ਉਹ ਮਿਸਟਰ ਐਮੈਨੂਅਲ ਬੋਨ, French president's diplomatic advisor, said after holding the third round of strategic dialogue
with National Security Advisor Ajit Doval here on Thursday। ਇਹ ਕੰਮ ਹੁਣ ਅਜੀਤ ਡੋਵਲ ਅੱਜ ਕੱਲ੍ਹ ਕਰ ਰਿਹਾ ਅੱਛਾ। ਔਰ ਨਾਲ ਹੀ ਉਹਨੇ ਕਿਹਾ ਕਿ ਜੀ ਇਹ ਜਿਹੜਾ ਡਿਫੈਂਸ ਸਿਕਿਉਰਿਟੀ ਰਿਲੇਸ਼ਨਸ਼ਿਪ ਹੈ ਇਹੀ ਮੇਨ ਜਿਹੜਾ ਗੱਲਬਾਤ ਦਾ ਵਿਸ਼ਾ ਸੀ। ਔਰ ਉਹਦੇ ਚੋਂ ਬੌਨ ਸੈਡ ਦੈਟ ਦਿਸ ਇਨਕਲੂਡਿਡ ਟਾਕਸ ਜਿਹੜੀਆਂ ਗੱਲਬਾਤ ਡੋਵਲ ਨਾਲ ਹੋਈਆਂ ਔਨ ਮਿਲਟਰੀ ਇਕਵਿਪਮੈਂਟ, ਮੈਰੀਟਾਈਮ cooperation in Indian Ocean, exchanging information and working on doctrinal and operational aspects of naval, air and space coordination। और उन्होंने कहा जी ऑलरेडी क्वाड ਦੇ ਥੱਲੇ एक्साइज फ्रेंच नेवी भी ਜਿਹੜੀ ਹੈ we want China to accept certain rules, be less कि ਸਾਡਾ ਮਕਸਦ ਇਹ ਹੀ ਹੈ ਕਿ China should play the game on our terms and conditions। ਉਹਨੇ ਬਿਲਕੁਲ clearly ਇਹ ਕਿਹਾ ਕਿ the intention is that we want China to accept certain rules, be less aggressive. If China does not play the game by our rules, it allows us to say it and draw certain consequences। ਇਹ ਅੱਛਾ। ਹੁਣ ਸਾਰਾ ਮਕਸਦ ਔਰ ਇਹ ਜਿਹੜੇ ਕਹਿੰਦੇ ਨੇ ਵੀ ਸਿਆਣਾ ਕਾਂ ਗੂੰ ਦੇ ਉੱਤੇ ਡਿੱਗਦਾ ਹੈ, ਇਹ ਬੜੇ ਸਿਆਣੇ ਬਣੇ ਹੋਏ ਸੀ ਕਿ ਗੱਲ ਉਹ ਮੈਸੇਜ ਇਹੀ ਦੇ ਰਹੇ ਨੇ ਕਿ ਵੀ ਉਹਨਾਂ ਨੂੰ ਇਹ ਕਿਹਾ ਜੀ ਕਿ ਇੰਡੀਆ ਨੂੰ ਜੇ ਇਹ ਨੈਟੋ ਜੁਆਇਨ ਕਰੇਗਾ ਜਾਂ ਨੈਟੋ 'ਚ ਤੁਸੀਂ ਸ਼ਾਮਲ ਹੋਣ ਨੂੰ ਕਹਿ ਰਹੇ ਹੋ, ਨੈਟੋ ਐਲਾਈਜ਼ ਆਰ ਫਾਰ ਅਵੇ, ਇਹ ਉਹ ਕਹਿ ਰਿਹਾ ਉਹਨਾਂ ਦਾ ਐਡਵਾਈਜ਼ਰ ਫ੍ਰਾਂਸ ਦਾ। ਨੈਟੋ ਵਿਲ ਕ੍ਰੀਏਟ ਮੋਰ ਕੋਆਰਡੀਨੇਟਿੰਗ ਹੈਡੇਕਸ, ਵੀ ਵੁੱਡ ਬੀ ਹੈਪੀ ਟੂ ਵਰਕ ਵਿਦ ਜਾਪਾਨ, ਇੰਡੀਆ, ਮਲੇਸ਼ੀਆ ਐਂਡ ਸਿੰਗਾਪੁਰ, while Quad members being format close to France can develop a more integrated strategy। ਹੀ ਸੁਝਾਅ ਉਹਨੇ ਕਿਹਾ ਜੀ ਅਸੀਂ ਕੁਆਡ 'ਚ ਵੀ ਵੜਨ ਨੂੰ ਤਿਆਰ ਹੈ, ਪਰ ਇਹ ਨੈਟੋ ਕਿੱਥੇ ਅਸੀਂ ਕਿੱਥੇ ਸਾਡਾ ਕੀ ਹੋਣਾ। ਹੁਣ ਜ਼ਾਹਰ ਹੈ ਕਿ ਵੀ ਇੱਕ ਪਾਸੇ ਉਹੀ ਯੂਰਪੀਅਨ ਯੂਨੀਅਨ ਨੇ ਪਿਛਲੇ ਦਿਨਾਂ 'ਚ ਚੀਨ ਦੇ ਨਾਲ ਜਿਹੜਾ ਉਹ ਸਾਈਨ ਕੀਤਾ ਮੈਮੋ ਆਫ ਅੰਡਰਸਟੈਂਡਿੰਗ ਜਿਹਨੂੰ ਕਹਿੰਦੇ ਨੇ MOU ਫਾਈਨੈਂਸ਼ੀਅਲ ਪੈਕੇਜ ਦਾ, ਲੇਕਿਨ ਇੱਧਰ ਪ੍ਰੈਸ਼ਰ ਉਹੀ ਔਰ ਇਹ ਇੰਡੀਆ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਜਿਹੜਾ ਪਹਿਲਾਂ ਹੀ ਇਹਨਾਂ ਨੇ ਤਾਂ ਗੋਡੇ ਟੇਕੇ ਹੋਏ ਨੇ। ਹੁਣ ਇੰਡੀਆ ਦਾ ਹਾਲ ਤਾਂ ਇਹ ਹੁੰਦਾ ਜਾ ਰਿਹਾ ਕਿ ਭਾਈ ਕਰੇਲਾ ਤਾਂ ਪਹਿਲਾਂ ਹੀ ਬਣਾਤਾ ਅਮਰੀਕਾ ਨੇ, ਹੁਣ ਫਰਾਂਸ ਵਾਲੇ ਕਹਿੰਦੇ ਆਓ ਨਿੰਮ ਦੇ ਦਰਖਤ ਤੇ ਚੜ੍ਹ ਜਾਓ। ਹੁਣ ਦੇਖੋ ਵੀ ਇਹ ਕਰੇਲਾ ਨਿੰਮ ਚੜ੍ਹਦਾ ਕਿ ਨਹੀਂ ਚੜ੍ਹਦਾ, ਲੇਕਿਨ ਇਹ ਗੱਲ ਸ਼ੋਅ ਕਰਦੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਚੀਨ ਤੋਂ ਫਿਰ ਜੁੱਤੀਆਂ ਖਾਣੀਆਂ ਨੇ। ਇਹਨਾਂ ਨੇ ਤਾਂ ਦੌੜ ਜਾਣਾ, ਇਹ ਤਾਂ ਵਪਾਰੀ ਨੇ ਔਰ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੇ ਕਹਿਣਾ ਕਿ ਵੀ ਹੁਣ ਦੱਸ ਕੀ ਹੈ ਹਿੰਦੀ ਚੀਨੀ ਭਾਈ ਭਾਈ ਕਿ ਨਹੀਂ। ਇਹ ਤੁਹਾਨੂੰ ਕਹਿਣਗੇ ਜੀ ਗਾਏ ਕੀ ਕਸਮ ਮਾਤਾ ਕੀ ਕਸਮ ਹਿੰਦੀ ਚੀਨੀ ਭਾਈ ਭਾਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।